ਕੱਲ ਮੁੱਖ ਮੰਤਰੀ ਚਾਂਸਲਰ ਵੀ ਬਣ ਗਏ ਯੂਨੀਵਰਸਿਟੀਆਂ ਦੇ, ਕੱਲ ਉਹ ਯੋਗਾ ਟੀਚਰ ਵੀ ਬਣ ਗਏ, ਤੇ ਕੱਲ ਨਾਲ ਦੀ ਨਾਲ ਉਹਨਾਂ ਨੇ ਖੁਦ ਮੁਖਤਾਰੀ ਦਾ ਫੈਡਰਲ ਸਟਰਕਚਰ ਦੇ ਵਿੱਚ ਸਟੇਟ ਦਾ ਹੱਕ ਵੀ ਜ਼ੋਰ ਨਾਲ ਰੱਖਤਾ। ਇਸ ਤੋਂ ਪਹਿਲਾਂ ਦੋ ਸੂਬਿਆਂ ਨੇ ਪਹਿਲਾਂ ਵੀ ਆਪਣਾ ਪੁਲਿਸ ਐਕਟ ਸੋਧਿਆ ਹੋਇਆ, ਜਿਹਦੇ ਵਿੱਚ ਉਹ ਆਪਣਾ ਡੀਜੀਪੀ ਆਪ ਲਾਉਣ ਦਾ ਮਤਾ ਪਾਸ ਕਰ ਚੁੱਕੇ ਆ। ਸੋ ਜਿਹੜਾ ਇਹ ਦੋਵੇਂ ਮਾਮਲੇ ਆ, ਕੀ ਇਹ ਹੁਣ ਗਵਰਨਰ ਕੋ ਜਾਣਗੇ ਔਰ ਗਵਰਨਰ ਸਾਈਨ ਕਰਕੇ ਇਹਨੂੰ ਐਕਟ ਦੇ ਰੂਪ ਚ ਲਾਗੂ ਕਰਨ ਹੋਣ ਦੇਣਗੇ, ਜਾਂ ਇਹ ਰਾਸ਼ਟਰਪਤੀ ਵੱਲ ਜਾਊਗਾ ਔਰ ਇਹਦੇ ਉੱਤੇ ਬਹਿਸ ਹੋਊਗੀ? ਕੀ ਇਹ ਸੁਪਰੀਮ ਕੋਰਟ ਦੀ ਰਾਏ ਵੀ ਇੱਥੇ ਮੰਗ ਲਈ ਜਾਊਗੀ? ਮੈਨੂੰ ਦੱਸਿਓ ਜਰਾ, ਇਹ ਕਾਫੀ ਉਲਝਣ ਵਾਲਾ ਮਾਮਲਾ ਹੋਣ ਵਾਲਾ ਲੱਗਦਾ। ਬਿਲਕੁਲ, ਕੱਲ ਅਗਰ ਤੁਸੀਂ ਸਾਰੇ ਉਸ ਨੂੰ ਦੇਖੋ ਤਾਂ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਜਿਵੇਂ ਕੱਲ ਤਾਂ ਸੀਐਮ ਹੀ ਸੀਐਮ ਹੈ, ਹੋਰ ਕੋਈ ਹੈ ਹੀ ਨਹੀਂ ਵਿਧਾਨ ਸਭਾ 'ਚ, ਕੁਛ ਕੋਈ ਹੋਰ ਬੈਠਾ ਹੀ ਨਹੀਂ ਹੈ। ਤੁਸੀਂ ਦੇਖੋ ਜਿਹੜਾ ਚਾਂਸਲਰ ਲਾਉਣ ਦਾ ਮਤਲਬ ਬਿੱਲ ਹੈ ਉਹ ਹਾਇਰ ਐਜੂਕੇਸ਼ਨ ਮਿਨਿਸਟਰ ਦਾ ਬਿੱਲ ਹੈ, ਔਰ ਚਾਂਸਲਰ ਲਗਾਉਣ ਦੇ ਬਿੱਲ ਦੇ ਉੱਤੇ ਸਾਰੀ ਬਹਿਸ ਮਤਲਬ ਜਿਹੜੀ ਹੈ ਉਹ ਚੀਫ ਮਿਨਿਸਟਰ ਕਰ ਰਿਹਾ ਹੈ। ਮਤਲਬ ਇੱਥੇ ਤਾਂ ਘੱਟੋ ਘੱਟ ਉਹ ਜਿਹੜੇ ਮਿਨਿਸਟਰ ਨੇ ਬਿੱਲ ਪੇਸ਼ ਕੀਤਾ ਹੈ, ਬਿੱਲ ਪਾਸ ਤਾਂ ਕਰਵਾਉਣ ਕੇ ਜਿਹੜੀ ਬਹਿਸ ਹੋਣੀ ਹੈ ਉਸਦੇ ਸਮਝ ਤਾਂ ਉਹਨੂੰ ਕਰਨ ਦੇਣਾ ਸੀਗਾ। ਇਸੇ ਤਰ੍ਹਾਂ ਹੀ ਆਰਡੀਐਫ ਦੇ ਮੁੱਦੇ ਨੂੰ ਲੈ ਕੇ ਲੈ ਲਓ, ਪ੍ਰਸਤਾਵ ਪੇਸ਼ ਗੁਰਮੀਤ ਸਿੰਘ ਖੁੱਡੀਆਂ ਕਰ ਰਹੇ ਹੋ, ਜਸਟ ਫਿਰ ਪ੍ਰਸਤਾਵ ਹੀ ਪੇਸ਼ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਸਾਰੀ ਬਹਿਸ ਨੂੰ ਸਮਪ ਜਿਹੜਾ ਹੈਗਾ ਉਹ ਚੀਫ ਮਿਨਿਸਟਰ ਕਰ ਰਿਹਾ ਹੈ। ਫਿਰ ਜਿਹੜਾ ਤੀਸਰਾ ਬਿੱਲ ਇਹਨਾਂ ਗੁਰਬਾਣੀ ਦਾ ਉਹ ਵੀ ਉਹੀ ਕਰ ਰਿਹਾ ਤੇ ਡੀਜੀਪੀ ਵਾਲੇ ਤੇ ਵੀ ਉਹੀ ਕਰ ਰਿਹਾ। ਸੋ ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਕੱਲ ਚੀਫ ਮਿਨਿਸਟਰ ਤੋਂ ਇਲਾਵਾ ਪੂਰੀ ਸਦਨ ਦੇ ਵਿੱਚ ਕੋਈ ਹੋਰ ਬੈਠਾ ਹੀ ਨਹੀਂ ਹੈ, ਉਹੀ ਇਕੱਲਾ ਗੱਤਕਾ ਖੇਡੀ ਜਾ ਰਿਹਾ ਹੈ। ਸੋ ਮੈਂ ਇੱਕ ਇਹਦੇ ਚ ਇਹ ਇੰਪੋਰਟੈਂਟ ਚੀਜ਼ ਤੁਸੀਂ ਕਹੀ ਹੈ ਵੀ ਗਵਰਨਰ ਸਾਈਨ ਕਰਨਗੇ ਕਿ ਨਹੀਂ। ਬਿੱਲ ਪਾਸ ਹੋ ਕੇ ਸਾਰੇ ਜਾਣੇ ਤਾਂ ਗਵਰਨਰ ਦੇ ਕੋਲ ਹੀ ਨੇ, ਕੁਝ ਗਵਰਨਰ ਦੇ ਰਾਹੀਂ ਜਿਹੜੇ ਹੋਮ ਮਿਨਿਸਟਰੀ ਤੋਂ ਬਾਹਰ ਰਾਸ਼ਟਰਪਤੀ ਨੂੰ ਭੇਜੇ ਜਾਣੇ, ਬਾਕੀ ਜਿਹੜੇ ਹੈਗੇ ਆ ਉਹ ਗਵਰਨਰ ਹੀ ਸਾਈਨ ਕਰੇਗਾ। ਸੋ ਮੈਨੂੰ ਲੱਗਦਾ ਕਿ ਗਵਰਨਰ ਕੋਲੇ ਇੱਕੋ ਹੀ ਤਰੀਕਾ ਹੋ ਸਕਦਾ ਕਿ ਉਹ ਬਿੱਲ ਨੂੰ ਰੱਦ ਕਰ ਦੇ। ਇਹ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਵੀ ਚਾਂਸਲਰ ਵਾਲਾ ਜਿਹੜਾ ਬਿੱਲ ਹੈਗਾ ਇਹ ਦੂਜੀਆਂ ਸਟੇਟਾਂ 'ਚ ਵੀ ਚੱਲ ਰਿਹਾ, ਕੇਰਲਾ ਦੇ ਵਿੱਚ ਵੀ ਚੱਲ ਰਿਹਾ, ਤਾਮਿਲਨਾਡੂ ਦੇ ਵਿੱਚ ਵੀ ਚੱਲ ਰਿਹਾ, ਵੈਸਟ ਬੰਗਾਲ ਦੇ ਵਿੱਚ ਵੀ ਚੱਲ ਰਿਹਾ। ਉੱਥੇ ਵੀ ਇਹ ਕਾਨੂੰਨੀ ਪੇਚੀਦਗੀਆਂ ਦੇ ਵਿੱਚ ਹੀ ਫਸੇ ਹੋਏ ਨੇ, ਅਜੇ ਤੱਕ ਪਾਸ ਕਿਸੇ ਦਾ ਨਹੀਂ ਹੋਇਆ। ਲੜਾਈ ਚੱਲ ਰਹੀ ਹੈ, ਉਹਨੂੰ ਤਾਂ ਤੁਹਾਨੂੰ ਧਿਆਨ ਹੀ ਹੋਏਗਾ, ਵੈਸਟ ਬੰਗਾਲ ਵਾਲਿਆਂ ਨੇ ਤਾਂ ਆਪਣੇ ਲਗਾ ਵੀ ਦਿੱਤੇ, ਤਾਂ ਗਵਰਨਰ ਨੇ ਉੱਥੇ ਕਹਿਤਾ ਵੀ ਜੇ ਲਗਾਏ ਤਾਂ ਠੀਕ ਨਹੀਂ ਹੋਏਗਾ, ਮਤਲਬ ਉਹਨਾਂ ਵਾਈਸ ਚਾਂਸਲਰ ਨੂੰ ਹੀ ਕਹਿਤਾ। ਸੋ ਇਸ ਤਰ੍ਹਾਂ ਦੀ ਲੜਾਈਆਂ ਤਾਂ ਚੱਲਣਗੀਆਂ, ਅਜੇ ਇਹ ਮੁੱਕਣ ਵਾਲੀਆਂ ਹੈ ਨਹੀਂ ਹੈ। ਸੇਮ ਹੀ ਐਸਜੀਪੀਸੀ ਵਾਲਾ ਹੈਗਾ, ਐਸਜੀਪੀਸੀ ਵਾਲਾ ਵੀ ਸ਼ਾਇਦ ਮੈਨੂੰ ਲੱਗਦਾ ਕਿ ਪਾਰਲੀਮੈਂਟ 'ਚ ਭੇਜਣਾ ਹੀ ਪਏਗਾ, ਕਿਉਂਕਿ ਹਜੇ ਵੀ ਇੰਟਰ ਸਟੇਟ ਹੈਗਾ, ਕਿਉਂਕਿ ਹਿਮਾਚਲ ਵੀ ਇਹਦਾ ਪਾਰਟ ਹੈ ਔਰ ਯੂਟੀ ਵੀ ਇਹਦਾ ਪਾਰਟ ਹੈ। ਸੋ ਇਹ ਅਜੇ ਇੱਕ ਲੈਵਲ ਤੇ ਵੀ ਇਕੱਲਾ ਸਟੇਟ ਪੰਜਾਬ ਨੇ ਇਸ ਤਰ੍ਹਾਂ ਕਰ ਲਿਆ, ਤਾਂ ਮੈਨੂੰ ਇਹ ਲੱਗ ਨਹੀਂ ਰਿਹਾ ਕਿ ਇੱਥੇ ਹੀ ਇਕੱਲਾ ਸਿਮਟ ਜਾਏਗਾ, ਇਹਨੂੰ ਪਾਰਲੀਮੈਂਟ ਕੋਲੇ ਭੇਜਣਾ ਹੀ ਪਏਗਾ। ਦੂਜਾ ਜਿਹੜਾ ਤੁਸੀਂ ਕਿਹਾ ਡੀਜੀਪੀ ਵਾਲਾ ਵੀ ਸੇਮ ਹੈ। ਡੀਜੀਪੀ ਵਾਲੇ ਮਾਮਲੇ 'ਚ ਇੱਕ ਚੀਜ਼ ਬਸ ਇੱਕ ਨੁਕਤਾ ਹੈ, ਉਹ ਇਹ ਹੈਗਾ ਕਿ ਡੀਜੀਪੀ ਦੀ ਸਥਾਈ ਨਿਯੁਕਤੀ ਕਿਸੇ ਵੱਡੀ ਕਮੇਟੀ ਨੇ ਕਰਨੀ ਹੈ। ਜਦੋਂ ਤੱਕ ਬਿੱਲ ਜਾਂ ਪਾਵਰ ਜਾਂ ਐਕਟ ਸਾਡੇ ਕੋਲ ਨਹੀਂ ਸੀ, ਉਦੋਂ ਤੱਕ ਤਾਂ ਇਹ ਚੀਜ਼ਾਂ ਚੱਲਦੀਆਂ ਰਹੀਆਂ। ਹੁਣ ਉਸ ਦਿਨ ਚੀਫ ਸੈਕਟਰੀ ਸਾਹਿਬ ਇਹ ਦੱਸ ਰਹੇ ਸੀਗੇ ਕਿ ਅਸੀਂ ਐਕਟ ਦੇ ਵਿੱਚ ਹੀ ਇਹ ਤਰਮੀਮ ਕਰ ਲਈ ਹੈ ਕਿ ਇੱਕ ਕਮੇਟੀ ਸਾਡੀ ਹਾਈ ਕੋਰਟ ਦੇ ਜਸਟਿਸ ਰਿਟਾਇਰਡ ਔਰ ਉਹਦੇ ਵਿੱਚ ਹੋਮ ਸੈਕਟਰੀ, ਉਹਦੇ ਵਿੱਚ ਸੈਂਟਰ ਹੋਮ ਮਿਨਿਸਟਰ ਦਾ ਨੁਮਾਇੰਦਾ, ਯੂਪੀਐਸਸੀ ਦਾ ਨੁਮਾਇੰਦਾ, ਪੀਪੀਐਸਸੀ ਦਾ ਨੁਮਾਇੰਦਾ, ਸਾਰੇ ਲੈ ਕੇ ਇੱਕ ਕਮੇਟੀ ਬਣੇਗੀ, ਸਾਰੀ ਸੂਚੀ ਉਹਦੇ ਕੋਲ ਜਾਇਆ ਕਰੇਗੀ, ਉਹ 3 ਮੈਂਬਰੀ ਪੈਨਲ ਬਣਾ ਕੇ ਭੇਜਿਆ ਕਰੇਗੀ। ਯਾਨੀ ਕਿ ਜੋ ਕੰਮ ਯੂਪੀਐਸਸੀ ਕਰ ਰਹੀ ਸੀ ਦਿੱਲੀ 'ਚ ਬੈਠ ਕੇ, ਉਹ ਸੇਮ ਕੰਮ ਚੰਡੀਗੜ੍ਹ 'ਚ ਬੈਠ ਕੇ ਹੁਣ ਇਹ ਨਵੀਂ ਕਮੇਟੀ ਕਰੇਗੀ। ਉੱਥੇ ਹੀ ਫਿਰ ਗੱਲ ਆ ਰਹੀ ਹੈ ਕਿ ਇਹ ਜਿਹੜਾ ਸੁਪਰੀਮ ਕੋਰਟ ਦੇ ਆਦੇਸ਼ ਤੇ ਐਕਟ ਬਣਿਆ ਹੋਇਆ ਹੈ ਉਹ ਸਾਰੀਆਂ ਸਟੇਟਾਂ ਵਾਸਤੇ ਹੈ ਕਿ ਕੱਲੀ ਕੋਈ ਸਟੇਟ ਏਦਾਂ ਆਪਣਾ ਬਿੱਲ ਬਣਾ ਸਕਦੀ ਹੈ। ਇਸ ਦੇ ਵਿੱਚ ਵੀ ਬਹਿਸ ਹੈ ਕਰਨ ਦੀ ਲੋੜ, ਕਿਉਂਕਿ ਕਈ ਵਕੀਲ ਇਹ ਕਹਿ ਰਹੇ ਨੇ ਕਿ ਹਾਂ ਬਣਾਇਆ ਜਾ ਸਕਦਾ ਹੈ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਉਹ ਸਟੇਟ ਸਬਜੈਕਟ ਹੈ, ਔਰ ਕਈ ਕਹਿ ਰਹੇ ਕਿ ਨਹੀਂ, ਇਹ ਨਹੀਂ ਬਣਾਇਆ ਜਾ ਸਕਦਾ, ਇਹ ਸੈਂਟਰ ਕੋਲੇ ਹੀ ਜਾਏਗਾ। ਸੋ ਦੇਖੋ ਇਹਦੇ ਚ ਇੱਕ ਚੀਜ਼ ਹੈ ਨਾ ਕਿ ਜਿੱਥੇ ਸੁਪਰੀਮ ਕੋਰਟ ਦੀ ਕੋਈ ਡਾਇਰੈਕਸ਼ਨ ਖੜੀ ਹੈ ਪਹਿਲਾਂ ਤੋਂ, ਉਸ ਮਾਮਲੇ ਨੂੰ ਗਵਰਨਰ ਕੋਲ ਬਹੁਤ ਸੌਖਾ ਤਰੀਕਾ ਹੈ ਕਿ ਉਹ ਭੇਜ ਦੇਵੇ, ਸੁਪਰੀਮ ਕੋਰਟ ਵੱਲ ਹੀ ਭੇਜ ਦੇਵੇ ਡਾਇਰੈਕਟ। ਹਾਲਾਂਕਿ ਗਵਰਨਰ ਕੋਲ ਤਾਕਤ ਨਹੀਂ ਹੁੰਦੀ, ਪਰ ਕਈ ਵਾਰੀ ਗਵਰਨਰ ਰਸਤੇ ਦੂਜੇ ਵੀ ਲੈ ਲੈਂਦੇ ਆ, ਜਾਂ ਇਹ ਰਾਸ਼ਟਰਪਤੀ ਕੋਲ ਭੇਜਿਆ ਜਾਵੇ ਕਿਉਂਕਿ ਇਹਦੇ ਚ ਸੁਪਰੀਮ ਕੋਰਟ ਦਾ ਦਖਲ